ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਸਤਸੰਗ ਅਸੀਂ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਅੱਜ ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਸਾਨੂੰ ਸਾਰਿਆਂ ਨੂੰ ਇਸ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲਿਆ ਹੈ, ਜਿਸ ਪਰਿਵਾਰ ਨੇ ਸਾਰਾ ਇੰਤਜ਼ਾਮ ਕੀਤਾ ਔਰ ਅਸੀਂ ਇੱਥੇ ਇਕੱਠੇ ਹੋਏ ਹਾਂ, ਕਿਉਂਕਿ ਸਾਨੂੰ ਵੀ ਅੱਜ ਸ਼ਾਇਦ ਪਹਿਲੀ ਵਾਰ ਹਸਨ ਮੁੰਡਾ ਵਿਖੇ ਸਤਸੰਗ ਕਰਨ ਦਾ ਮੌਕਾ ਮਿਲ ਰਿਹਾ ਹੈ ਨਾ। ਅੱਜ ਪਹਿਲੀ ਵਾਰ ਸਤਸੰਗ ਹੈ ਇੱਥੇ, ਸੋ ਸਰੀਰਕ ਤੌਰ ਤੇ ਤਾਂ ਪਹਿਲੀ ਵਾਰ ਆਏ ਹਾਂ, ਪਰ ਰੂਹਾਨੀ ਤੌਰ ਤੇ ਇਹਦੇ ਦਿਲ 'ਚ ਤਾਂ ਸਦਾ ਹੀ ਬੈਠੇ ਰਹੀਦਾ ਅਸੀਂ, ਕਿਉਂਕਿ ਬੜਾ ਪ੍ਰੇਮ ਕਰਦਾ ਮਹਿੰਦਰ ਸਾਨੂੰ। ਇਸ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਸ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਵਾਂਗੇ, ਜਿਨ੍ਹਾਂ ਨੇ ਅੱਜ ਇਹ ਇੰਨਾ ਸੋਹਣਾ ਇੰਤਜ਼ਾਮ ਕੀਤਾ ਔਰ ਅਸੀਂ ਸਾਰੇ ਇੱਥੇ ਇਹ ਆਨੰਦ ਲੈਣ ਵਾਸਤੇ ਇਕੱਠੇ ਹੋਏ ਹਾਂ। ਆਨੰਦ ਲੈ ਰਹੇ ਕਿ ਨਹੀਂ? ਕਿਉਂਕਿ ਜਿਨ੍ਹਾਂ ਨੂੰ ਤਾਂ ਸਤਸੰਗ ਦੀ ਅਹਿਮੀਅਤ ਦਾ ਪਤਾ ਹੈ ਨਾ, ਉਹ ਤਾਂ ਸਤਸੰਗ ਦੇ ਇੱਕ ਪਲ ਦਾ ਪੂਰਾ ਆਨੰਦ ਲੈਂਦੇ ਹੈ। ਤਾਂ ਜਿਨ੍ਹਾਂ ਨੂੰ ਸਤਸੰਗ ਦੀ ਕੀਮਤ ਦਾ ਨਹੀਂ ਪਤਾ ਜਾਂ ਫਕੀਰਾਂ ਦੀ ਸੋਭਤ ਦਾ ਨਹੀਂ ਪਤਾ, ਤਾਂ ਫਿਰ ਜਿੱਦਾਂ ਸਮਝ ਲਓ ਕਿ ਜਿਹਨੂੰ ਹੀਰੇ ਦੀ ਕੀਮਤ ਦਾ ਨਾ ਪਤਾ ਹੋਵੇ, ਉਹ ਹੀਰੇ ਦਾ ਪੂਰਾ ਫਾਇਦਾ ਵੀ ਨਹੀਂ ਲੈ ਸਕਦਾ। ਹੀਰੇ ਦਾ ਫਾਇਦਾ ਵੀ ਉਹੀ ਲੈ ਸਕਦਾ ਜਿਹਨੂੰ ਹੀਰੇ ਦੀ ਕੀਮਤ ਦਾ ਪਤਾ ਹੋਵੇ, ਕਿਉਂਕਿ ਕਿਸੇ ਵੀ ਚੀਜ਼ ਦਾ ਲਾਭ ਲੈਣ ਵਾਸਤੇ ਨਾ ਸਾਨੂੰ ਉਹ ਚੀਜ਼ ਦੀ ਅਹਿਮੀਅਤ ਦਾ, ਉਹ ਚੀਜ਼ ਦੀ ਕੀਮਤ ਦਾ ਪਤਾ ਹੋਣਾ ਜ਼ਰੂਰੀ ਹੈ। ਅਗਰ ਕੀਮਤ ਹੀ ਪਤਾ ਨਾ ਹੋਵੇ ਤਾਂ ਫਿਰ ਉਹ ਚੀਜ਼ ਸਾਡੇ ਜਿੰਨਾ ਮਰਜ਼ੀ ਨੇੜੇ ਹੋਵੇ, ਅਸੀਂ ਉਹਦੇ ਨੇੜੇ ਹੁੰਦਿਆਂ ਹੋਇਆਂ ਵੀ ਉਹ ਤੋਂ ਪੂਰਾ ਲਾਭ, ਪੂਰਾ ਲਾਹਾ ਨਹੀਂ ਲੈ ਸਕਦੇ। ਤਾਂ ਹੀ ਤਾਂ ਭਗਤ ਕਬੀਰ ਜੀ ਵੀ ਕਹਿੰਦੇ ਹੁੰਦੇ ਸੀ ਕਿ ਜੇ ਰੱਬ ਤੇਰੇ ਸਾਹਮਣੇ ਵੀ ਖੜ ਜਾਵੇ ਨਾ, ਉਹ ਹਰੀ, ਉਹ ਭਗਵਾਨ, ਉਹ ਪ੍ਰਭੂ, ਉਹ ਅੱਲਾ ਤੇਰੇ ਸਾਹਮਣੇ ਵੀ ਖੜ ਜਾਵੇ, ਤੈਨੂੰ ਪਤਾ ਹੀ ਨਾ ਹੋਵੇ ਰੱਬ ਹੈ, ਤਾਂ ਤੂੰ ਉਹ ਤੋਂ ਵੀ ਕੋਈ ਫਾਇਦਾ ਨਹੀਂ ਲੈ ਸਕਦਾ। ਤਾਂ ਜੇ ਤੈਨੂੰ ਆਪਣੇ ਰੱਬ ਤੇ, ਆਪਣੇ ਮਾਲਿਕ ਤੇ, ਆਪਣੇ ਭਗਵਾਨ ਤੇ ਵਿਸ਼ਵਾਸ ਹੋਵੇ, ਤਾਂ ਚਾਹੇ ਉਹ ਕਿਤੇ ਵੀ ਬੈਠਾ ਹੋਵੇ, ਅਗਰ ਤੇਰੇ ਅੰਦਰ ਵਿਸ਼ਵਾਸ ਹੈ, ਯਕੀਨ ਹੈ, ਤਾਂ ਫਿਰ ਉਹ ਜਿੱਥੇ ਮਰਜ਼ੀ ਬੈਠਾ ਹੋਵੇ ਤੂੰ ਉਹਦੀਆਂ ਰਹਿਮਤਾਂ ਦਾ, ਉਹਦੀਆਂ ਕਿਰਪਾਵਾਂ ਦਾ ਪੂਰਾ ਫਾਇਦਾ ਲੈ ਸਕਦਾ ਹੈ। ਕਿਉਂਕਿ ਗੱਲ ਸਮਝਣ ਦੀ ਹੈ, ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਕਈ ਵਾਰ ਇਸ਼ਾਰਾ ਕਰੀਦਾ ਨਾ ਕਿ ਛੋਟਾ ਜਿਹਾ ਮੋਬਾਈਲ ਹੁੰਦਾ ਹੈ, ਜਿਹਨੂੰ ਮੋਬਾਈਲ ਨੂੰ ਚਲਾਉਣ ਦੀ ਸਮਝ ਹੋਵੇ ਉਹੀ ਉਹਦਾ ਫਾਇਦਾ ਲੈ ਸਕਦਾ ਹੈ। ਜਿਹਨੂੰ ਚਲਾਉਣ ਦੀ ਸਮਝ ਹੀ ਨਹੀਂ ਹੈ, ਬੇਸ਼ੱਕ ਮੋਬਾਈਲ 'ਚ ਜਿੰਨੇ ਮਰਜ਼ੀ ਫੰਕਸ਼ਨ ਹੋਣ, ਉਹਦਾ ਲਾਭ ਕਦੀ ਲੈ ਹੀ ਨਹੀਂ ਸਕਦਾ। ਉਹਨਾਂ ਕਹਿੰਦਾ ਹੈ ਕਿ ਡੱਬਾ ਜਿਹਾ ਇਹ, ਸਮਝ ਨਹੀਂ ਆਉਂਦੀ ਇਹਦੀ। ਪਰ ਜਿਹਨੂੰ ਪਤਾ ਹੈ, ਉਹ ਅਮਰੀਕਾ, ਇੰਗਲੈਂਡ, ਕੈਨੇਡਾ, ਜਿੱਥੇ ਮਰਜ਼ੀ ਕਾਲ ਕਰੀ ਜਾਵੇ, ਵੀਡੀਓ ਕਾਲ ਕਰੀ ਜਾਵੇ, ਜੋ ਮਰਜ਼ੀ ਮੈਸੇਜ ਕਰੀ ਜਾਵੇ, ਯਾਨੀ ਉਹ ਕਿੰਨੇ ਲਾਭ ਲੈ ਲੈਂਦਾ ਹੈ। ਦੂਰ ਬੈਠੇ ਵੀ ਨੇੜੇ ਆ ਜਾਂਦੇ ਕਿ ਨਹੀਂ? ਹੁਣ ਤੁਹਾਡਾ ਕੋਈ ਰਿਸ਼ਤੇਦਾਰ ਬਾਹਰ ਬੈਠਾ ਹੋਵੇ, ਤੁਸੀਂ ਕਰੋ ਵੀਡੀਓ ਕਾਲ, ਤਾਂ ਦੇਖੋ ਦੂਰ ਬੈਠਾ ਵੀ ਇੱਥੇ ਸਾਡੇ ਹੱਥ 'ਚ ਨੇੜੇ ਆ ਗਿਆ। ਪਰ ਇਹ ਲਾਭ ਕੌਣ ਲੈ ਸਕਦਾ ਹੈ? ਜਿਹਨੂੰ ਪਤਾ ਹੋਵੇ ਇਹਦੇ ਫੰਕਸ਼ਨ ਕੀ ਹੈ, ਇਹਦਾ ਫਾਇਦਾ ਕੀ ਹੈ। ਇਸੇ ਤਰ੍ਹਾਂ ਰੱਬ ਵੀ ਜਿੰਨੀ ਮਰਜ਼ੀ ਦੂਰ ਬੈਠਾ ਹੋਵੇ, ਪਰ ਜਦੋਂ ਅਸੀਂ ਫਕੀਰਾਂ ਦੀ ਸੋਭਤ 'ਚ ਬਹਿ ਜਾਂਦੇ ਹਾਂ ਨਾ, ਫਕੀਰਾਂ ਦੀ ਸੰਗਤ 'ਚ ਬਹਿ ਜਾਂਦੇ ਹਾਂ, ਤਾਂ ਫਕੀਰਾਂ ਦੀ ਸੰਗਤ ਵੀ ਕੋਈ ਉਹ ਮੋਬਾਈਲ ਕਨੈਕਸ਼ਨ ਨਾਲੋਂ ਘੱਟ ਨਹੀਂ ਹੈ। ਚਾਹੇ ਉਹ ਜਿੱਡੀ ਮਰਜ਼ੀ ਦੂਰ ਬੈਠਾ ਹੋਵੇ, ਜਿੱਦਾਂ ਦੂਰ ਬੈਠੇ ਨੂੰ ਮੋਬਾਈਲ ਸਾਡੇ ਸਾਹਮਣੇ ਲੈ ਆਂਦਾ ਹੈ, ਇਸੇ ਤਰ੍ਹਾਂ ਦੂਰ ਬੈਠੇ ਰੱਬ ਨੂੰ ਫਕੀਰਾਂ ਦੀ ਸੋਭਤ ਵੀ ਸਾਡੇ ਸਾਹਮਣੇ ਲੈ ਆਂਦੀ ਹੈ। ਇਹੀ ਤਾਂ ਫਕੀਰਾਂ ਦੀ ਸੋਭਤ ਦਾ ਫਾਇਦਾ ਹੁੰਦਾ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਫਕੀਰਾਂ ਦੀ ਸੋਭਤ ਵਿੱਚੋਂ, ਸੰਤਾਂ ਦੀ ਸੰਗਤ ਵਿੱਚੋਂ ਉਹੀ ਇਨਸਾਨ ਪੂਰਾ ਲਾਭ ਲੈ ਸਕਦਾ ਹੈ ਜਿਹੜਾ ਸੋਭਤ ਦੀ ਕੀਮਤ ਨੂੰ ਸਮਝੇ। ਇਸੇ ਲਈ ਗੁਰਬਾਣੀ ਦੇ ਵਚਨ ਇੱਥੇ ਯਾਦ ਦਿਲਾਣਾ ਚਾਹਾਂਗੇ ਕਿ ਗੁਰਬਾਣੀ ਦੇ ਅੰਦਰ ਕੀ ਆਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ ਕਿ ਉੱਤਮ ਸ਼ਲੋਕ ਸਾਧ ਕੇ ਵਚਨ ਅਮਲੀਕ ਲਾਲੇ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕਾਂ ਨਿਸਤਾਰ। ਕਿ ਉਹਨਾਂ ਨੇ ਦੱਸਿਆ ਹੈ ਕਿ ਸੰਤਾਂ ਦੇ ਵਚਨ ਕਿੰਨੇ ਕੀਮਤੀ ਹੈ। ਬੋਲੋ, ਪੜ੍ਹਦੇ ਹੋ ਕਿ ਨਹੀਂ? ਸੁਣਿਆ ਕਿ ਨਹੀਂ? ਫਿਰ ਹੁਣ ਜਿਨ੍ਹਾਂ ਨੂੰ ਇਹ ਕੀਮਤ ਦਾ ਪਤਾ ਹੁੰਦਾ ਹੈ ਨਾ, ਉਹ ਇੱਕ ਪਲ ਦਾ ਪੂਰਾ ਲਾਹਾ ਲੈਂਦੇ ਹੈ, ਇੱਕ ਪਲ ਗਵਾਉਂਦੇ ਨਹੀਂ ਹੈ ਉਹ। ਇਸ ਲਈ ਤੁਸੀਂ ਵੀ ਅੱਜ ਆਨੰਦ ਲੈਣ ਆਏ ਹੋ। ਅੱਛਾ, ਕਿਹੜਾ ਜੀਵ ਆਨੰਦ ਲੈਣ ਆਇਆ? ਖੁਸ਼ੀਆਂ ਲੈਣ ਆਇਆ ਹੈ? ਦਿਲੋਂ ਦੱਸਿਓ, ਕਿਉਂਕਿ ਕਈ ਤਾਂ ਚਾਹ ਪਕੌੜੇ ਖਾਣ ਹੀ ਆਏ ਹੋਣੇ ਆ। ਸੱਚੀ ਗੱਲ ਹੈ। ਕਈ ਤਾਂ ਇਸੇ ਲਈ ਆਉਂਦੇ ਕਿ ਚਲੋ ਭਾਈ ਅੱਜ ਘਰ ਕੁਛ ਨਹੀਂ ਬਣਾਉਣਾ, ਉੱਥੇ ਸਤਸੰਗ ਹੋ ਰਿਹਾ, ਤਾਂ ਲੰਗਰ ਹੀ ਛਕਾਂਗੇ ਜਾ ਕੇ। ਸਮਝਦੇ ਹੋ ਕਿ ਨਹੀਂ? ਛਕ ਵੀ ਲਵਾਂਗੇ ਤਾਂ ਡੋਲੂ 'ਚ ਪਾ ਕੇ ਘਰ ਨੂੰ ਵੀ ਲਿਆਵਾਂਗੇ। ਇਸ ਲਈ ਜਿਨ੍ਹਾਂ ਨੇ ਆਨੰਦ ਲੈਣਾ ਹੈ, ਉਹਨਾਂ ਦਾ ਪੰਡਾਲ ਇੱਥੇ ਹੈ। ਜਿਨ੍ਹਾਂ ਨੇ ਚਾਹ ਪਕੌੜੇ ਖਾਣੇ, ਉਹਨਾਂ ਦਾ ਪੰਡਾਲ ਉੱਧਰ ਲਵਾਇਆ ਹੈ। ਤਾਂ ਹੀ ਤਾਂ ਕਈ ਉੱਥੇ ਬੈਠਣਗੇ, ਕਈ ਇੱਥੇ ਬੈਠਣਗੇ। ਸਮਝਦੇ ਹੋ ਕਿ ਨਹੀਂ? ਪਰ ਇੱਕ ਗੱਲ ਯਾਦ ਰੱਖੋ, ਚਾਹ ਪਕੌੜੇ, ਰੋਟੀ ਦਾਲ ਤਾਂ ਅਸੀਂ ਰੋਜ਼ ਖਾਂਦੇ ਹਾਂ, ਪਰ ਆਨੰਦ ਲੈਣ ਦਾ ਮੌਕਾ ਸਾਨੂੰ, ਕਹਿ ਦਿਓ, ਰੋਜ਼ ਨਹੀਂ ਮਿਲਦਾ, ਕਦੀ ਮਿਲਦਾ ਹੈ ਨਾ। ਤੇ ਕੀਮਤੀ ਚੀਜ਼ ਕਿਹੜੀ ਹੈ? ਸਮਝਦੇ ਹੋ ਕਿ ਨਹੀਂ? ਇਹ ਇਸ ਰਹਿਮਤ ਨੂੰ ਨਾ ਸੰਭਾਲਿਆ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। परमात्मा किथे वसदा है? जरा गौर करो।
ਇੱਥੇ ਬੜੀ ਹੈਰਾਨੀ ਦੀ ਗੱਲ ਹੈ, ਸਮਝਣ ਵਾਲੀ ਗੱਲ ਹੈ ਕਿ ਗੁਰੂਆਂ ਨੇ ਦੱਸਿਆ ਹੈ, ਇਹ ਵੀ ਗੁਰਬਾਣੀ ਦਾ ਹੀ ਲਫ਼ਜ਼ ਹੈ, ਬਾਕ ਹੈ। ਕਹਿੰਦੇ ਨਾ ਕਿ ਬਿਨ ਭਾਗਾ ਸਤਸੰਗਤ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਜਰਾ ਦੇਖੋ ਕਿੱਥੇ ਤੱਕ ਸਤਸੰਗ ਦੀ ਮਹਿਮਾ ਗਾਈ ਹੈ। ਹੁਣ ਇੱਥੇ ਕਿਹਾ ਹੈ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਜੇ ਹੁਣ ਪ੍ਰਭੂ ਨੂੰ ਪਾਣਾ ਤਾਂ ਸਾਨੂੰ ਜਾਣਾ ਕਿੱਥੇ ਪੈਣਾ ਹੈ? ਗੁਰੂਆਂ ਨੇ ਇਹ ਨਹੀਂ ਕਿਹਾ ਚਾਹ ਪਕੌੜਿਆਂ 'ਚ ਰੱਬ ਵਸਦਾ ਹੈ। ਥੋੜਾ ਹੱਸਣਾ ਚਾਹੀਦਾ ਹੈ ਕਿਉਂਕਿ ਤੁਸੀਂ ਬੜੇ ਸੀਰੀਅਸ ਹੋ ਕੇ ਬੈਠੇ ਹੋ। ਅੱਛਾ ਦੱਸੋ, ਗਰਮੀ ਤਾਂ ਨਹੀਂ ਲੱਗਦੀ? ਮਜ਼ਾ ਨਹੀਂ ਆਉਂਦਾ ਜੇ ਗਰਮੀ ਲੱਗੇ, ਕਿਉਂਕਿ ਉਹਦਾ ਜ਼ਿਕਰ ਹੋਵੇ, ਉਹਦੇ ਆਸ਼ਿਕ ਬੈਠੇ ਹੋਣ ਤਾਂ ਫਿਰ ਗਰਮੀ ਲੱਗ ਜਾਵੇ, ਫਿਰ ਮਜ਼ਾ ਨਹੀਂ ਆਉਂਦਾ। ਫਿਰ ਇਹਦਾ ਮਤਲਬ ਪਿਆਰ ਦੀ ਕਮੀ ਹੈ, ਕਿਉਂਕਿ ਜਿੱਥੇ ਇਸ਼ਕ ਹੋਵੇ ਨਾ, ਜਿੱਦਾਂ ਬੁੱਲੇ ਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ, ਉਹ ਬੁੱਲੇ ਸ਼ਾਹ ਇੱਕ ਗੱਲ ਦੱਸ, ਕਿਉਂਕਿ ਆਸ਼ਿਕਾਂ ਦੀ ਗੱਲ ਜਦੋਂ ਆਉਂਦੀ ਤਾਂ ਬੁੱਲੇ ਸ਼ਾਹ ਦਾ ਨਾਮ ਵੀ ਆਉਂਦਾ ਹੈ। ਬੁੱਲੇ ਸ਼ਾਹ ਬੜੇ ਆਸ਼ਿਕ ਹੋਏ ਹੈ, ਜਿਨ੍ਹਾਂ ਨੇ ਮੁਰਸ਼ਦ ਦੀ ਖਾਤਰ ਪੈਰੀ ਘੁੰਗਰੂ ਪਾ ਲਏ, ਕੰਜਰੀਆਂ ਦਾ ਭੇਸ਼ ਬਣਾ ਲਿਆ, ਕੰਜਰੀਆਂ ਦੇ ਘਰ ਜਾ ਕੇ ਉਹਨਾਂ ਦੇ ਝੂਠੇ ਬਰਤਨ ਸਾਫ਼ ਕੀਤੇ, ਝਾੜੂ ਫੇਰੇ, ਪੋਚੇ ਲਗਾਏ, ਬਰਤਨ ਧੋਤੇ, ਯਾਨੀ ਕੀ ਕੁਛ ਨਹੀਂ ਬੁੱਲੇ ਸ਼ਾਹ ਨੇ ਆਪਣੇ ਗੁਰੂ ਦੇ ਇਸ਼ਕ 'ਚ ਕੀਤਾ। ਇਸ ਲਈ ਜਦੋਂ ਪ੍ਰੇਮ ਦੀ ਗੱਲ ਆ ਜਾਂਦੀ ਹੈ ਨਾ, ਤਾਂ ਫਿਰ ਬੰਦਾ ਦੁਨੀਆ ਦੀ ਪਰਵਾਹ ਨਹੀਂ ਕਰਦਾ, ਸੰਸਾਰ ਦੀ ਪਰਵਾਹ ਨਹੀਂ ਕਰਦਾ ਕਿ ਸੰਸਾਰ ਕੀ ਕਹਿੰਦਾ ਹੈ। ਫਿਰ ਤਾਂ ਬੰਦਾ ਬਸ ਇਹ ਦੇਖਦਾ ਹੈ ਕਿ ਮੇਰਾ ਯਾਰ ਕਿੱਦਾਂ ਖੁਸ਼ ਹੁੰਦਾ ਹੈ। ਯਾਰ ਯਾਨੀ ਉਹ ਮਾਲਿਕ, ਉਹ ਪਰਮਾਤਮਾ। ਸੋ ਜਦੋਂ ਬੁੱਲੇ ਸ਼ਾਹ ਦੀ ਗੱਲ ਆਉਂਦੀ ਹੈ ਤਾਂ ਉਸ ਲਈ ਜਿਹੜੇ ਆਸ਼ਿਕ ਹੁੰਦੇ ਨਾ, ਇਸ਼ਕ ਕਰਨ ਵਾਲੇ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਵੀ ਆਸ਼ਿਕਾਂ ਦੀ ਗੱਲ ਹੋ ਰਹੀ ਹੈ। ਤਾਂ ਹੁਣ ਤੁਸੀਂ ਵੀ ਆਸ਼ਿਕੀ ਬੈਠੇ ਹੋ ਨਾ। ਅੱਛਾ, ਰੱਬ ਨਾਲ ਆਸ਼ਿਕ, ਇਸ਼ਕ ਕਰਨ ਵਾਲਾ, ਪਰਮਾਤਮਾ ਨਾਲ ਪ੍ਰੇਮ ਕਰਨ ਵਾਲਾ ਕਿਹੜਾ ਕਿਹੜਾ ਹੈ? ਥੋੜਾ ਪਤਾ ਲੱਗ ਜਾਵੇ ਸਾਨੂੰ, ਤਾਂ ਕਿ ਉਸ ਹਿਸਾਬ ਨਾਲ ਗੱਲ ਕਰੀਏ। ਸਾਰੇ ਹੀ ਰੱਬ ਨਾਲ ਪ੍ਰੇਮ ਕਰਨ ਵਾਲੇ ਹੋ, ਪੱਕੀ ਗੱਲ ਹੈ। ਕਿਉਂਕਿ ਫਿਰ ਜਿਹਦੇ ਨਾਲ ਪ੍ਰੇਮ ਹੋਵੇ ਨਾ, ਗੱਲ ਵੀ ਉਹਦੀ ਕੀਤੀ ਜਾਵੇ, ਮਜ਼ਾ ਵੀ ਫੇਰ ਆਉਂਦਾ ਹੈ। ਹੁਣ ਤੁਸੀਂ ਦੇਖੋਗੇ ਨਾ, ਜਿਹਨੂੰ ਬੱਚਿਆਂ ਨਾਲ ਪ੍ਰੇਮ ਹੁੰਦਾ, ਕੋਈ ਉਹਦੇ ਬੱਚੇ ਦੀ ਗੱਲ ਕਰੀ ਜਾਵੇ, ਉਹਨੂੰ ਬੜੀ ਖੁਸ਼ੀ ਹੁੰਦੀ ਹੈ। ਤੇਰਾ ਬੱਚਾ ਬੜਾ ਚੰਗਾ ਹੈ, ਇਹ ਡਰਾਇੰਗ ਬੜੀ ਅੱਛੀ ਕਰਦਾ ਹੈ, ਪੜ੍ਹਾਈ ਬੜੀ ਅੱਛੀ ਕਰਦਾ ਹੈ, ਇਹ ਤਾਂ ਖੇਡ ਵਿੱਚ ਫਸਟ ਆਉਂਦਾ। ਮਾਂ ਬਾਪ ਸੁਣ ਕੇ ਖੁਸ਼ ਹੋਣਗੇ, ਹਾਂ ਵੀ ਦੇਖੋ ਮੇਰੇ ਬੱਚੇ ਦੀ ਤਾਰੀਫ ਹੋ ਰਹੀ ਹੈ। ਕਿਉਂਕਿ ਜਿਹਦੇ ਨਾਲ ਪ੍ਰੇਮ ਹੁੰਦਾ, ਜਦੋਂ ਉਹਦੀ ਗੱਲ ਹੁੰਦੀ ਹੈ ਤਾਂ ਮਜ਼ਾ ਵੀ ਫੇਰ ਹੀ ਆਉਂਦਾ ਹੈ। ਹੁਣ ਅਸੀਂ ਵੀ ਆਨੰਦ ਲੈਣਾ, ਪਰ ਆਨੰਦ ਉਦੋਂ ਹੀ ਆਏਗਾ ਜੇ ਸਾਡੇ ਮਨ 'ਚ ਉਹ ਸਾਡੇ ਮਾਲਿਕ ਦਾ, ਸਾਡੇ ਪਰਮਾਤਮਾ, ਸਾਡੇ ਪ੍ਰਭੂ ਦਾ ਇਸ਼ਕ ਹੋਵੇ। ਤਾਂ ਜੇ ਦੁਨੀਆ ਦਾ ਹੀ ਪ੍ਰੇਮ ਲੈ ਕੇ ਬੈਠੇ ਆ, ਫਿਰ ਬੰਦੇ ਨੇ ਕੀ ਕਹਿਣਾ ਹੈ? ਲੈ ਯਾਰ, ਸਾਡੇ ਮਤਲਬ ਦੀ ਤਾਂ ਗੱਲ ਕੀਤੀ ਨਹੀਂ ਕੋਈ, ਇਹ ਤਾਂ ਗੱਲਾਂ ਹੀ ਸਾਰੀਆਂ ਰੱਬ ਦੇ ਘਰ ਦੀਆਂ ਕੀਤੀਆਂ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਕਿਉਂਕਿ ਕਿਹਾ ਜਾਂਦਾ ਕਿ ਜਿੱਧਰ ਇਨਸਾਨ ਦੀ ਸੁਰਤੀ ਜੁੜੀ ਹੋਵੇ, ਜਿੱਧਰ ਇਨਸਾਨ ਦਾ ਕਨੈਕਸ਼ਨ ਜੁੜਿਆ ਹੋਵੇ, ਮਜ਼ਾ ਵੀ ਇਨਸਾਨ ਨੂੰ ਉੱਥੇ ਹੀ ਆਉਂਦਾ ਹੈ। ਪਰ ਅਸੀਂ ਚਾਹਾਂਗੇ ਕਿ ਹੁਣ ਜਿੰਨੀ ਦੇਰ ਵਾਸਤੇ ਤੁਸੀਂ ਸਤਸੰਗ 'ਚ ਬੈਠੇ ਨਾ, ਆਪਣੇ ਬਾਹਰਲੇ ਸਾਰੇ ਕਨੈਕਸ਼ਨ ਤੋੜ ਕੇ ਆਪਣੇ ਮਾਲਿਕ ਨਾਲ ਜੋੜ ਦਿਓ, ਕਿਉਂਕਿ ਇਹੀ ਤਾਂ ਟਾਈਮ ਹੁੰਦਾ ਹੈ। ਸਤਸੰਗ ਦਾ ਮਤਲਬ ਹੀ ਇਹ ਹੈ। ਸੰਤਾਂ ਫਕੀਰਾਂ ਦੀ ਸੋਬਤ ਦਾ ਮਕਸਦ ਹੀ ਇਹ ਹੈ ਕਿ ਜਿੱਥੇ ਬਹਿ ਕੇ ਸਾਨੂੰ ਰੱਬ ਯਾਦ ਆ ਜਾਵੇ, ਜਿੱਥੇ ਬਹਿ ਕੇ ਸਾਡੀ ਟੁੱਟੀ ਸੁਰਤੀ ਆਪਣੇ ਮਾਲਿਕ ਨਾਲ ਜੁੜ ਜਾਵੇ। ਜੇ ਸਤਸੰਗ ਵਿੱਚ ਆ ਕੇ ਵੀ ਧਿਆਨ ਦੁਨੀਆ ਵੱਲ ਰਿਹਾ, ਤਾਂ ਫਿਰ ਸਤਸੰਗ 'ਚ ਆਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ। ਕਿਉਂਕਿ ਇਨਸਾਨ ਕਿਤੇ ਵੀ ਜਾਂਦਾ ਹੈ, ਦੁਕਾਨ ਤੇ ਬੈਠਾ ਹੋਵੇ, ਬਾਜ਼ਾਰ 'ਚ ਜਾਂਦਾ ਹੈ, ਕਿਤੇ ਆਪਣਾ ਕੰਮਕਾਰ ਕਰਦਾ ਹੈ, ਕੋਈ ਦਿਹਾੜੀ ਕਰਦਾ ਹੈ, ਕੋਈ ਖੇਤ 'ਚ ਜਾਂਦਾ ਹੈ, ਕੋਈ ਕਿਤੇ ਵੀ ਜਾਂਦਾ ਹੈ, ਤਾਂ ਉਸ ਵੇਲੇ ਦਾ ਧਿਆਨ ਹਮੇਸ਼ਾ ਸੰਸਾਰ ਵਾਲੇ ਪਾਸੇ ਹੁੰਦਾ ਹੈ। ਪਰ ਜਦੋਂ ਮੌਕਾ ਮਿਲੇ ਇਸ ਤਰ੍ਹਾਂ ਕੁਛ ਪਲ, ਕੁਛ ਘੜੀਆਂ ਸਤਸੰਗ ਵਿੱਚ ਬੈਠਣ ਦਾ, ਤਾਂ ਫਿਰ ਉਸ ਲਈ ਕੋਸ਼ਿਸ਼ ਕਰੋ ਕਿ ਹੁਣ ਮੈਂ ਸੰਸਾਰ ਛੱਡਿਆ, ਦੁਨੀਆ ਵੱਲੋਂ ਧਿਆਨ ਹਟਾ ਕੇ ਮੈਂ ਪੂਰੀ ਤਰ੍ਹਾਂ ਆਪਣਾ ਧਿਆਨ, ਆਪਣਾ ਹਿਰਦਾ, ਆਪਣਾ ਦਿਲ ਜਿਹੜਾ ਹੈ ਨਾ, ਉਹ ਆਪਣੇ ਮਾਲਿਕ ਨਾਲ, ਪਰਮਾਤਮਾ ਪ੍ਰਭੂ ਨਾਲ ਜੋੜਨਾ ਹੈ। ਕਿਉਂਕਿ ਇਹ ਗੱਲ ਯਾਦ ਰੱਖੋ ਕਿ ਜ਼ਿੰਦਗੀ ਖੁਸ਼ੀ ਨਾਲ ਜੀਣ ਵਾਸਤੇ ਉਹਦੀ ਮਿਹਰ, ਉਹਦੀ ਕਿਰਪਾ, ਉਹਦੀ ਰਹਿਮਤ ਦਾ ਜੀਵਨ 'ਚ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਬੰਦਾ ਸੋਚਦਾ ਕਿ ਪੈਸਾ ਹੋਏਗਾ ਤਾਂ ਖੁਸ਼ੀਆਂ ਹੋਣਗੀਆਂ। ਠੀਕ ਹੈ, ਪੈਸਾ ਜੀਵਨ ਵਾਸਤੇ ਜ਼ਰੂਰੀ ਹੈ, ਪਰ ਪੈਸੇ ਦਾ ਸੰਬੰਧ ਖੁਸ਼ੀਆਂ ਨਾਲ ਨਹੀਂ ਹੈ। ਹੁਣ ਕਈ ਵਾਰ ਹੁੰਦਾ ਨਾ ਕਿ ਬੰਦੇ ਜੇਬ 'ਚ ਲੱਖਾਂ ਰੁਪਇਆ ਹੁੰਦਾ, ਪਰ ਫਿਰ ਵੀ ਬੰਦਾ ਅੰਦਰੋਂ ਖੁਸ਼ ਨਹੀਂ ਹੁੰਦਾ। ਬੰਦੇ ਕੋਲ ਚੰਗਾ ਭੋਜਨ ਹੁੰਦਾ, ਗੱਡੀਆਂ, ਕਾਰਾਂ, ਸਭ ਕੁਝ ਹੁੰਦਾ, ਪਰ ਫਿਰ ਵੀ ਬੰਦਾ ਅੰਦਰੋਂ ਖੁਸ਼ ਨਾ ਹੋਵੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਾਰਾਂ ਨਾਲ, ਮੋਟਰਾਂ ਨਾਲ, ਜਾਂ ਬੜੇ ਬੜੇ ਘਰ, ਮਕਾਨ, ਪਦਾਰਥਾਂ ਨਾਲ ਖੁਸ਼ੀ ਦਾ ਕੋਈ ਸੰਬੰਧ ਨਹੀਂ ਹੈ। ਖੁਸ਼ੀ ਤਾਂ ਕਦੋਂ ਹੁੰਦੀ ਹੈ? ਜਦੋਂ ਉਹਦੀ ਕਿਰਪਾ ਹੋਵੇ, ਫਿਰ ਹੀ ਜੀਵਨ 'ਚ ਖੁਸ਼ੀਆਂ ਆਉਂਦੀਆਂ ਹੈ। ਇਸ ਲਈ ਖੁਸ਼ੀ ਹਾਸਲ ਕਰਨ ਵਾਸਤੇ ਉਹਦੀ ਰਹਿਮਤ ਦਾ ਹੋਣਾ, ਉਹਦੀ ਕਿਰਪਾ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹਦੀ ਰਹਿਮਤ ਨੂੰ ਹਾਸਲ ਕਰਨ ਵਾਸਤੇ, ਉਹਦੀ ਕਿਰਪਾ ਨੂੰ ਹਾਸਲ ਕਰਨ ਵਾਸਤੇ ਇਹ ਸਤਸੰਗ, ਫਕੀਰਾਂ ਦੀ ਸੋਬਤ ਇੱਕ ਜਰੀਆ ਹੈ। ਕਿਉਂਕਿ ਜਿੱਦਾਂ ਅਸੀਂ ਕਈ ਵਾਰ ਸਵਾਲ ਪੁੱਛੀਦਾ, ਇੱਥੇ ਤੁਹਾਨੂੰ ਵੀ ਪੁੱਛਾਂਗੇ, ਜੇ ਹੁਣ ਤੁਸੀਂ ਸੋਨਾ ਖਰੀਦਣਾ ਹੋਵੇ, ਤੁਹਾਨੂੰ ਕਿੱਥੇ ਜਾਣਾ ਪੈਣਾ ਹੈ? ਜਵਾਬ ਦਿਓ। ਸੁਨਾਰ ਦੇ ਕੋਲ ਜਾਣਾ ਨਾ, ਕਰਿਆਨਾ ਸਟੋਰ ਤੇ ਤਾਂ ਨਹੀਂ ਜਾਓਗੇ, ਜਾਂ ਮੈਡੀਕਲ ਸਟੋਰ ਤੇ ਜਾਓਗੇ ਕਿ ਭਾਈ 10 ਤੋਲੇ ਦੀ ਚੈਨ ਦੇ ਦੇ ਸੋਨੇ ਦੀ। ਮੈਡੀਕਲ ਵਾਲੇ ਨੇ ਕਹਿਣਾ ਭਾਈ ਦਵਾਈਆਂ ਲੈ ਲੈ ਜਿੰਨੀਆਂ ਲੈ ਜਾਣੀਆਂ ਹੈ, ਗੋਲੀਆਂ ਲੈ ਲੈ, ਇੰਜੈਕਸ਼ਨ ਲੈ ਲੈ, ਟਿਊਬ ਲੈ ਲੈ, ਪੀਣ ਵਾਲਾ ਸਿਰਪ ਲੈ ਲੈ, ਪਰ ਇੱਥੇ ਸੋਨਾ ਚਾਂਦੀ ਕਿੱਥੇ? ਉਹ ਤਾਂ ਕਿਸੇ ਸੁਨਿਆਰ ਦੀ ਦੁਕਾਨ ਤੇ ਜਾ। ਹੁਣ ਦੱਸਣਾ ਕੀ ਚਾਹੁੰਦੇ ਆ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਹੋਵੇ ਨਾ, ਉਹ ਜਿੱਥੇ ਹੈ ਉੱਥੋਂ ਹੀ ਮਿਲਣੀ ਹੈ। ਹੋਵੇ ਕਿਤੇ, ਲੱਭੀ ਕਿਤੇ ਜਾਈਏ, ਤਾਂ ਕਦੀ ਹੱਥ ਆਣੀ ਨਹੀਂ ਹੈ।
इसलिए जे सानू जीवन दे विच ओहदियां रहमतां चाहीदियां है, बरकतां चाहीदियां है, खुशियां चाहीदियां है, तां ओहदी किरपा, ओहदियां रहमतां, ओहदियां बरकतां कित्थे मिलणगीਆਂ? ओहदियां रहमतां, ओहदियां बरकतां तां उत्थे मिलणगीਆਂ कित्थे? जिथे ओहदे प्यारे बैठे ओहनू याद कर रहे हैं, ओहदा जिक्र कर रहे हैं, ओहदी उस्तत जिथे कर रहे हैं। इसलिए कहते विच संगत हर प्रभ बसे जीओ, क्योंकि सतसंग विच प्रभु नूं याद किया जाता है, प्रभु दे घर दीयां गल्लां कीतीआं जांदियां है, वो परमात्मा की उस्तत की जाती है। उत्थे उहदे दीवाने बैठे हुंदे आ, प्यारे बैठे हुंदे है, तां जिथे प्यारे बैठे होण उत्थे महबूब भी मौजूद हुंदा है। इसलिए कहा ना, जहां जिक्रे हबीब होता है खुदा उनके करीब होता है, कि जिथे ओहदा जिक्र हुंदा फिर परमात्मा भी उत्थे मौजूद है। फिर वो रब नूं कदी दूर ना समझो, क्योंकि वैसे भी रब परमात्मा प्रभु साडे तो एक पल दूर है ही नहीं, वो तो साडे रोम रोम च वसिया होया है। पर एक गल होर है कि बंदे नूं समझ ना आवे, या बंदा समझे ही ना उसनूं। समझ रहे हो कि नहीं? इसलिए गल चल रही सी बुल्ले शाह दी। सो बुल्ले शाह वर्गे आशिक, उन्हां नूं किसी ने पुछिया, ओ बुल्ले शाह एक गल दस कि गरीबी चंगी है या दौलत चंगी है? मालो जर चंगा है, मालो यार तुसी समझो, जर कहते दौलत नूं, माल यानी जो पदार्थ हुंदे है। तो हुण जरा समझना, जे असीं तुहानूं पुछिया गर्मी तो नहीं लगती, तुहानूं कीता ना सवाल, ये कुछ इहदे नाल ही जुड़िया होया सवाल है कि जिहड़े उहदे नाल प्रेम करन वाले हुंदे है, उहनां दा जवाब की हुंदा है? ओह की जवाब दिंदे है? जे कोई पुछे ना तैनूं सर्दी चंगी लगदी है, गर्मी चंगी लगदी है, तैनूं धुप्प चंगी लगदी है, छां चंगी लगदी है, तैनूं की चंगा लगदा है, ਤਾਂ उस वेले ਜਿਹੜੇ आशिक ਹੁੰਦੇ ਉਹ ਕੀ ਜਵਾਬ ਦਿੰਦੇ ਐ? ਇੱਥੋਂ ਬੁੱਲੇ ਸ਼ਾਹ ਦੀ ਗੱਲ ਤੋਂ ਪਤਾ ਲੱਗਣਾ ਹੈ। ਜਰਾ ਸਮਝਣਾ ਇਸ ਨੂੰ ਕਿ ਜਦੋਂ ਬੁੱਲੇ ਸ਼ਾਹ ਨੂੰ ਪੁੱਛਿਆ ਕਿ ਬੁੱਲੇ ਸ਼ਾਹ ਜੀ ਇਹ ਦੱਸੋ ਗਰੀਬੀ ਚੰਗੀ ਹੈ ਜਾਂ ਅਮੀਰੀ ਚੰਗੀ ਹੈ, ਮਾਲਦਾਰ ਹੋਣਾ ਚੰਗਾ ਹੈ ਜਾਂ ਗਰੀਬ ਹੋਣਾ ਚੰਗਾ ਹੈ, ਤਾਂ ਉਸਲੇ ਬੁੱਲੇ ਸ਼ਾਹ ਨੇ ਹੱਸ ਕੇ ਕੋਈ ਗੱਲ ਕਹੀ। ਜਰਾ ਗੌਰ ਕਰਨਾ, ਬੁੱਲੇ ਸ਼ਾਹ ਕੀ ਕਹਿੰਦੇ? ਬੁੱਲੇ ਸ਼ਾਹ ਕਹਿੰਦੇ ਨਾ ਫਕੀਰੀ ਚੰਗੀ ਹੈ ਨਾ ਮਾਲ ਚੰਗਾ ਹੈ। बोलो समझते हो कि नहीं? वो कहते तू पूछ रही है फकीरी चंगी है या मालदार होना चंगा है, दौलतमंद होना चंगा है? ना फकीर होना अच्छा है, ना फकीर होना अच्छा है, ना माल अच्छा है, मुर्शद जिस हाल में रखे वही हाल अच्छा है। वो बुल्ले शाह कहते ना मैनू अमीरी नाल मतलब है ना गरीबी नाल, ना अमीरी चंगी है ना गरीबी चंगी है, मैं तो भाई मेरा यार जिस हाल च रखे वो हाल ਉਹੀ ਚੰਗਾ ਹੈ। क्योंकि वो धुप्पे बिठा देवे तो मेरे वास्ते धुप चंगी है, वो छावे बिठा देवे तो मेरे वास्ते छां चंगी है। कई बार देखते ना कि डॉक्टर देखता है साडे शरीर की हालत नूं, कई बार डॉक्टर देखता कि इहदे अंदर विटामिन डी की कमी है, तो डॉक्टर कहते भाई धुप्पे बैठिया कर, तेरे वास्ते धुप चंगी है, धुप्पे बैठेगा तो तेरी ये कमी दूर हो जाएगी। और कईयां नूं कहा जाता है कि भाई तू धुप तो बचना है क्योंकि तेरी स्किन ते एलर्जी है, जे धुप्पे बैठेगा तो चुभेगी धुप, इसलिए तू धुप च नहीं निकलना, तू छावें रहना है। क्योंकि जिद्दां डॉक्टर साडे शरीर की अवस्था नूं देख के हालात दसदा है कि तेरे वास्ते धुप चंगी, गर्मी चंगी, सर्दी चंगी, किहड़ा मौसम चंगा है, तो हुण जरा गौर करना। इसी तरह वो मुर्शद वो साडी रूह नूं देख के, साडे मन नूं देख के, साडे अंदरले हालात नूं देख के दसदा है कि भाई तेरे वास्ते की चंगा है। तो बुल्ले शाह कहंदे बस जो मुर्शद जिस हाल विच वो राजी होवे साडा तां ਉਹੀ हाल चंगा है। समझ आ रही है कि नहीं? इसलिए ये देखो कि ਉਹਦੀ रजा की है, उस मालिक दी, ਉਹ परमात्मा, ਉਹ प्रभु दी जो रजा अंदर चलते हैं ना, वो सब कुछ लै जाते हैं। इसलिए तो संत नारायण स्वामी ने भी अपनी वाणी च कहा है, जरा समझना संत नारायण स्वामी की कहते हैं। उन्होंने बड़ा प्यारा एक शब्द है कि नारायण सतसंग आ, वो कहते ऐ प्यारे सतसंग विच आ, सतसंग विच बैठ। हुण क्यों आना है सतसंग विच, क्यों बैठना है सत्संग विच, क्यों आवाज दे रहे हैं नारायण स्वामी? क्योंकि बहुत बड़े संत होए नारायण स्वामी, जरा ध्यान देना। वो आवाज दे रहे हैं कि नारायण सतसंग आ, सीख आनंद की रीत। कहंदे संतां दी संगत विच आ और उत्थे बह के आनंद दी कला सिख, आनंद दी रीत सिख। क्योंकि तू किद्दां आनंद नूं पा सकदा है, तेरे जीवन च किद्दां आनंद हो सकदा है, तेरी जिंदगी किद्दां सफल हो सकदी है, ये तरीके जिहड़े है ना ये सत्संग विच ही सिखाए जाते हैं। इसलिए उन्होंने अगली लाइन च की किया कि तेरी उम्र किद्दां बीतदी जा रही है, इसलिए वो कहंदे नारायण सतसंग आ, सीख आनंद की रीत, दुख दर्द भय चिंता में गई उम्र तेरी बीत।
ਉਹ ਕਹਿੰਦੇ ਦੁੱਖ ਵਿੱਚ, ਦਰਦ ਵਿੱਚ, ਭੈ ਯਾਨੀ ਡਰ ਵਿੱਚ, ਔਰ ਚਿੰਤਾ ਕਰਦਿਆਂ ਕਰਦਿਆਂ ਤੇਰੀ ਸਾਰੀ ਉਮਰ ਉਹ ਬੀਤ ਗਈ ਹੈ ਕਿ ਇਦਾਂ ਹੀ ਆਪਣੀ ਜ਼ਿੰਦਗੀ ਗਵਾਏਗਾ। ਹੁਣ ਥੋੜਾ ਜ਼ਿੰਦਗੀ ਦਾ ਆਨੰਦ ਲੈ ਲੈ, ਸਿੱਖ ਲੈ ਕਲਾ, ਸਿੱਖ ਲੈ ਉਹ ਤਰੀਕਾ ਕਿ ਕਿੱਦਾਂ ਜੀਵਨ 'ਚ ਆਨੰਦ ਪਾਇਆ ਜਾਂਦਾ ਹੈ। ਇਹਦਾ ਜ਼ਰਾ ਸੱਚ ਦੱਸਿਓ, ਅੱਜ ਤੱਕ ਤੁਹਾਡੀ ਉਮਰ ਕਿੱਦਾਂ ਗੁਜ਼ਰੀ ਹੈ? ਜਿੱਦਾਂ ਉਹਨਾਂ ਨੇ ਕਿਹਾ ਦੁੱਖ ਦਰਦ ਭੈ ਚਿੰਤਾ ਮੇ ਗਈ ਉਮਰ ਤੇਰੀ। ਇਹ ਚਾਰ ਚੀਜ਼ਾਂ, ਇੱਕ ਦੁੱਖ, ਦੂਜਾ ਦਰਦ। ਹੁਣ ਜਿਹੜਾ ਦੁੱਖ ਦੀ ਗੱਲ ਆਂਦੀ ਹੈ, ਦਰਦ ਦੀ ਗੱਲ ਆਂਦੀ ਹੈ, ਭੈ ਦੀ ਗੱਲ ਆਂਦੀ ਹੈ, ਚਿੰਤਾ ਦੀ ਗੱਲ ਆਂਦੀ ਹੈ, ਤਾਂ ਫਰਕ ਦੇਖੋ ਕੀ ਹੈ ਇਹਦੇ 'ਚ। ਦੁੱਖ ਦਰਦ ਵਿੱਚ ਫਰਕ ਕੀ ਹੈ? ਦੁੱਖ ਅਲੱਗ ਚੀਜ਼ ਹੈ, ਦਰਦ ਅਲੱਗ ਚੀਜ਼ ਹੈ। ਦਰਦ ਕਦੋਂ ਹੁੰਦਾ? ਜਦੋਂ ਸਾਡੀ ਬਾਡੀ ਨੂੰ ਕੋਈ ਸੱਟ ਚੋਟ ਲੱਗਦੀ ਹੈ, ਸਾਡਾ ਸਿਰ ਦਰਦ ਹੋਵੇ, ਪੇਟ ਦਰਦ ਹੋਵੇ, ਇਹੀ ਕਹਿੰਦੇ ਹਾਏ ਮੇਰਾ ਪੇਟ ਦਰਦ ਕਰ ਰਿਹਾ ਹੈ, ਮੇਰਾ ਸਿਰ ਦਰਦ ਕਰ ਰਿਹਾ, ਮੇਰੇ ਪੂਰੇ ਬਦਨ 'ਚ ਦਰਦ ਹੋ ਰਹੀ ਹੈ। ਦਰਦ ਅਲੱਗ ਚੀਜ਼ ਹੈ ਜਦੋਂ ਸਰੀਰ ਨੂੰ ਕੋਈ ਤਕਲੀਫ ਹੁੰਦੀ ਹੈ, ਕਿਤੇ ਸੱਟ ਲੱਗਦੀ ਹੈ, ਤਾਂ ਜਦੋਂ ਉੱਥੋਂ ਚੀਜ਼ ਉੱਠਦੀ ਹੈ ਨਾ, ਉਹ ਦਰਦ ਹੈ। ਪਰ ਜਦੋਂ ਦੁੱਖ ਦੀ ਗੱਲ ਆਂਦੀ ਤਾਂ ਦੁੱਖ ਨੂੰ ਦਰਦ ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂਕਿ ਦੁੱਖ ਉਹਨੂੰ ਵੀ ਹੋ ਸਕਦਾ ਜਿਹਦੇ ਸਰੀਰ 'ਚ ਕੋਈ ਦਰਦ ਨਾ ਹੋਵੇ। ਕਿਉਂਕਿ ਬੰਦਾ ਕਈ ਵਾਰ ਕਹਿੰਦਾ ਮੈਂ ਆਪਣੇ ਬੱਚਿਆਂ ਦੇ ਹੱਥੋਂ ਬੜਾ ਦੁਖੀ ਹਾਂ, ਮੈਂ ਆਪਣੇ ਕੰਮ ਦੇ ਹੱਥੋਂ ਬੜਾ ਦੁਖੀ ਹਾਂ, ਮੈਂ ਗੁਆਂਢੀਆਂ ਤੋਂ ਦੁਖੀ ਹਾਂ, ਮੈਂ ਫਲਾਨਿਆਂ ਤੋਂ ਦੁਖੀ ਹਾਂ, ਹਾਲਾਂਕਿ ਮੇਰਾ ਸਰੀਰ ਠੀਕ ਹੈ, ਸਰੀਰ ਨੂੰ ਕੋਈ ਦਰਦ ਨਹੀਂ ਹੈ, ਪੇਟ ਵੀ ਠੀਕ ਹੈ, ਸਿਰ ਵੀ ਠੀਕ ਹੈ, ਬਾਡੀ ਦਾ ਕੋਈ ਅੰਗ ਦਰਦ ਨਹੀਂ ਕਰ ਰਿਹਾ, ਸਰੀਰ ਪੂਰਾ ਫਿੱਟ ਹੈ, ਪਰ ਕੀ ਕਰਾਂ, ਮੈਨੂੰ ਉਹ ਦੁੱਖ ਬੜਾ ਹੈ, ਉਹ ਫਲਾਨੀ ਚੀਜ਼ ਦਾ ਦੁੱਖ ਬੜਾ ਹੈ। ਇਸ ਲਈ ਇਨਸਾਨ ਦੀ ਜ਼ਿੰਦਗੀ ਦੁੱਖ ਵਿੱਚ, ਜਾਂ ਫਿਰ ਹਾਏ ਹਾਏ ਕਰਦੇ ਦਰਦਾਂ ਵਿੱਚ, ਜਾਂ ਫਿਰ ਡਰਦਿਆਂ ਹੋਇਆਂ ਭੈ ਦੇ ਵਿੱਚ, ਕਿਉਂਕਿ ਡਰ ਵੀ ਬੰਦੇ ਅੰਦਰ ਬੜਾ ਹੈ। ਬੋਲੋ ਹੈ ਜਾਂ ਨਹੀਂ? ਅੱਛਾ ਜਵਾਬ ਨਹੀਂ ਦਿੰਦੇ ਤੁਸੀਂ, ਹੈ ਜਵਾਬ ਦਿਆ ਕਰੋ ਥੋੜਾ ਜਿਹਾ, ਨਹੀਂ ਤਾਂ ਫਿਰ ਇੱਥੇ ਸਤਸੰਗ ਬੰਦ ਕਰ ਦਈਏ। ਕਿਉਂਕਿ ਜਦੋਂ ਉਹ ਕਿਹਾ ਜਾਂਦਾ ਨਾ, ਪੁਰਾਣੇ ਸਮੇਂ ਇਹੀ ਦੱਸੀਦਾ ਸੀ ਕਿ ਜਦੋਂ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ, ਨਾਨੀ ਦਾਦੀ ਭੂਆ ਮਾਸੀ, ਤਾਂ ਫਿਰ ਉਸ ਵੇਲੇ ਉਹ ਬੱਚੇ ਨੂੰ ਇੱਕ ਸ਼ਰਤ ਵੀ ਰੱਖਦੇ ਸੀ, ਮੈਂ ਕਹਾਣੀ ਬੋਲਣੀ, ਤੂੰ ਹੰਗਾਰਾ ਜ਼ਰੂਰ ਦੇਣਾ ਹੈ। ਸਮਝਦੇ ਹੋ ਕਿ ਨਹੀਂ? ਹੰਗਾਰਾ ਦੇਣ ਦਾ ਮਤਲਬ ਪਤਾ ਕੀ ਹੁੰਦਾ ਹੈ? ਤਾਂ ਕਿ ਪਤਾ ਲੱਗੇ ਇਹ ਇੰਟਰਸਟ ਲੈ ਕੇ ਸੁਣ ਰਹੇ ਹੈ, ਪੂਰਾ ਧਿਆਨ ਇੱਧਰ ਹੈ। ਸਮਝਦੇ ਹੋ ਕਿ ਨਹੀਂ? ਆਨੰਦ ਆ ਰਿਹਾ ਕਿ ਨਹੀਂ? ਥੱਕ ਤਾਂ ਨਹੀਂ ਗਏ ਹੁਣੇ? ਤਾਂ ਫਿਰ ਥੋੜਾ ਜਵਾਬ ਦਿਓ ਸਾਨੂੰ, ਦੇਣਾ ਕਿ ਨਹੀਂ? ਹੁਣ ਚਾਰ ਪ੍ਰਕਾਰ ਨਾਲ ਇਨਸਾਨ ਦੀ ਜ਼ਿੰਦਗੀ ਗੁਜ਼ਰਦੀ ਹੈ। ਤਾਂ ਹੁਣ ਜ਼ਰਾ ਤੁਸੀਂ ਵਿਚਾਰ ਕਰੋ ਕਿ ਅੱਜ ਜਿੰਨੀ ਵੀ ਤੁਹਾਡੀ ਉਮਰ ਹੈ, ਚਾਹੇ ਕਿਸੇ ਦੀ ਉਮਰ 20 ਸਾਲ ਹੈ, 18 ਸਾਲ ਹੈ, 25 ਸਾਲ ਹੈ, 30 ਸਾਲ ਹੈ, 35 ਹੈ, 40 ਹੈ, 45 ਹੈ, 50, 60, ਯਾਨੀ ਜਿੰਨੀ ਵੀ ਤੁਹਾਡੀ ਏਜ ਹੈ, ਆਪਣੇ ਆਪ ਨੂੰ ਪਤਾ ਹੀ ਹੁੰਦਾ ਬੰਦੇ ਨੂੰ। ਜਰਾ ਸੋਚ ਕੇ ਦੇਖੋ ਕਿ ਮੇਰੀ ਇਹ ਉਮਰ ਕੀ ਇਹਨਾਂ ਚਾਰਾਂ ਚੀਜ਼ਾਂ 'ਚ ਹੀ ਗੁਜ਼ਰ ਗਈ? ਦੁੱਖ ਦਰਦ ਭੈ ਚਿੰਤਾ ਮੇ ਗਈ ਉਮਰ ਤੇਰੀ ਬੀਤ, ਕੀ ਇਹਨਾਂ ਚਾਰਾਂ ਚੀਜ਼ਾਂ ਨਾਲ ਹੀ ਜੁੜ ਕੇ ਗੁਜ਼ਰੀ? ਜਰਾ ਚੈੱਕ ਕਰੋ। ਕਿਉਂਕਿ ਸਤਸੰਗ ਦਾ ਮਤਲਬ ਸਿਰਫ ਇਹ ਨਹੀਂ ਕਿ ਸੁਣਨਾ ਹੈ, ਸਤਸੰਗ ਦਾ ਮਤਲਬ ਇਹ ਹੈ ਕਿ ਸੁਣ ਕੇ ਆਪਣੇ ਆਪ ਨੂੰ ਚੈੱਕ ਕਰਨਾ ਹੈ ਕਿ ਵਾਕਈ ਜੋ ਸਮਝਾਇਆ ਜਾ ਰਿਹਾ ਹੈ ਇਹ ਕਮੀ ਮੇਰੇ ਅੰਦਰ ਹੈ, ਅਗਰ ਹੈ ਤਾਂ ਇਹਨੂੰ ਮੈਂ ਦੂਰ ਕਿੱਦਾਂ ਕਰ ਸਕਦਾ ਹਾਂ, ਇਹ ਕਮੀ ਤੋਂ ਬਚ ਕਿੱਦਾਂ ਸਕਦਾ ਹੈ। ਮਜ਼ਾ ਤਾਂ ਫੇਰ ਹੀ ਹੈ ਨਾ ਕਿ ਆਈਏ ਤਾਂ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਜਾਈਏ, ਕੁਛ ਨਾ ਕੁਛ ਸਾਡੇ ਜੀਵਨ 'ਚ ਬਦਲਾਵ ਆਵੇ, ਕੁਛ ਨਾ ਕੁਛ ਸਾਡੇ ਜੀਵਨ 'ਚ ਸੁਧਾਰ ਆਵੇ, ਫੇਰ ਹੀ ਆਉਣ ਦਾ ਬੈਠਣ ਦਾ ਫਾਇਦਾ ਹੁੰਦਾ ਹੈ, ਫੇਰ ਹੀ ਲਾਭ ਹੈ। ਤਾਂ ਜਿੱਦਾਂ ਦੇ ਆਏ ਸੀ ਜੇ ਉਦਾਂ ਦੀ ਉੱਠ ਕੇ ਚਲੇ ਗਏ, ਸਮਝਦੇ ਹੋ ਕਿ ਨਹੀਂ? ਹੁਣ ਸ਼ੀਸ਼ੇ ਦੇ ਸਾਹਮਣੇ ਜਾਣ ਦਾ ਫਾਇਦਾ ਕਦੋਂ ਹੈ? ਜਦੋਂ ਸ਼ੀਸ਼ੇ ਮੂਹਰੇ ਜਾ ਕੇ ਬੰਦਾ ਆਪਣੀਆਂ ਕਮੀਆਂ ਨੂੰ, ਕੱਪੜੇ ਇੱਥੋਂ ਸੈੱਟ ਕਰਨ ਵਾਲੇ ਆ, ਫੇਸ ਇੱਥੋਂ ਸੈੱਟ ਕਰਨ ਵਾਲਾ ਹੈ, ਮੇਕਅਪ ਇੱਥੇ ਲੋੜ ਹੈ, ਬੰਦਾ ਜਦੋਂ ਸੈੱਟ ਕਰਦਾ ਨਾ ਆਪਣੇ ਆਪ ਨੂੰ, ਤਾਂ ਜ਼ਰਾ ਗੌਰ ਕਰਨਾ। ਕਈ ਵਾਰ ਅਸੀਂ ਬੜੇ ਹੈਰਾਨ ਹੁੰਦੇ ਆ ਦੇਖ ਕੇ ਕਿ ਬੰਦੇ ਦੇ ਕੱਪੜੇ ਦੇ ਮਾੜੇ ਜਿਹੇ ਦਾਗ ਲੱਗ ਜਾਵੇ ਨਾ, ਬੰਦਾ ਸ਼ਰਮ ਦੇ ਮਾਰੇ ਨਿਕਲਦਾ ਨਹੀਂ ਬਾਹਰ, ਜਾਂ ਕਹਿੰਦਾ ਨਹੀਂ ਯਾਰ ਹੁਣ ਮੈਂ ਪਾਰਟੀ 'ਚ ਨਹੀਂ ਜਾਣਾ, ਸਾਹਮਣੇ ਨਹੀਂ ਕਿਸੇ ਜਾਣਾ, ਦਾਗ ਲੱਗ ਗਿਆ। ਜਾਂ ਇੱਕ ਬਟਨ ਟੁੱਟ ਜਾਵੇ ਤਾਂ ਸਾਰਾ ਧਿਆਨ ਉਹਦਾ ਬਟਨ ਨਾਲ ਹੀ ਰਹਿੰਦਾ ਹੈ, ਕੋਈ ਹੋਰ ਦੇਖੇ ਨਾ ਦੇਖੇ, ਉਹਦਾ ਧਿਆਨ ਯਾਰ ਮੇਰਾ ਬਟਨ ਟੁੱਟ ਗਿਆ, ਹੁਣ ਸਾਹਮਣੇ ਕਿੱਦਾਂ ਜਾਵਾਂ, ਇੱਥੋਂ ਮਾੜੀ ਚੀਜ਼ ਕਮੀਜ਼ ਫਟ ਗਈ, ਕਿੱਦਾਂ ਸਾਹਮਣੇ ਜਾਵਾਂ, ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਪਰ ਬੰਦਾ ਕਿੰਨੀ ਟੈਨਸ਼ਨ ਲੈਂਦਾ ਹੈ, ਕਰਦੇ ਆ ਕਿ ਨਹੀਂ? ਜ਼ਰਾ ਧਿਆਨ ਦੇਣਾ। ਹੁਣ ਅਸੀਂ ਇਹ ਬੜੀ ਹੈਰਾਨੀ ਹੁੰਦੀ ਹੈ ਸਾਨੂੰ ਕਿ ਕੱਪੜੇ ਤੇ ਮੜੇ ਦਾਗ ਨਹੀਂ ਲੱਗਣ ਦਿੰਦੇ, ਜੇ ਦਾਗ ਲੱਗ ਜਾਵੇ ਤਾਂ ਕਹਿੰਦੇ ਕਿਹੜਾ ਮੂੰਹ ਲੈ ਕੇ ਸਾਹਮਣੇ ਜਾਵਾਂਗੇ, ਯਾਨੀ ਬੰਦਾ ਸ਼ਰਮਾਂਦਾ ਹੈ ਦੁਨੀਆ ਸਾਹਮਣੇ ਜਾਣ ਤੋਂ। ਕਿਤੇ ਦਾਗ ਲੱਗ ਜਾਵੇ, ਕਿਤੇ ਬਟਨ ਟੁੱਟ ਜਾਵੇ, ਕਮੀਜ਼ ਫਟ ਜਾਵੇ, ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਕੱਪੜੇ ਨੂੰ ਮਾੜੇ ਦਾਗ ਲੱਗ ਜਾਵੇ ਤਾਂ ਦੁਨੀਆ ਸਾਹਮਣੇ ਜਾਣ ਤੋਂ ਡਰਦੇ ਆ। ਤਾਂ ਇਹ ਕਿਉਂ ਨਹੀਂ ਸੋਚਦੇ ਆ ਜਿਹੜੀਆਂ ਬੁਰਾਈਆਂ ਦੇ ਦਾਗ ਅਸੀਂ ਲਾ ਰਹੇ ਹਾਂ ਆਪਣੇ ਜੀਵਨ ਤੇ, ਉਹ ਰੱਬ ਦੇ ਮੂਹਰੇ ਕਿਹੜਾ ਮੂੰਹ ਲੈ ਕੇ ਜਾਵਾਂਗੇ? ਕੋਈ ਉਹਦਾ ਵੀ ਡਰ ਰੱਖੀਏ, ਕੋਈ ਉਹਦੀ ਵੀ ਸ਼ਰਮ ਰੱਖੀਏ। ਸਮਝਦੇ ਹੋ ਕਿ ਨਹੀਂ? ਜਿੱਦਾਂ ਆਪਣੇ ਕੱਪੜੇ ਨੂੰ ਬਚਾਉਂਦੇ ਆ, ਜਿੱਦਾਂ ਆਪਣੇ ਬਟਨਾਂ ਨੂੰ ਬਚਾਉਂਦੇ ਆ, ਟੁੱਟ ਨਾ ਜਾਵੇ, ਇਦਾਂ ਹੀ ਆਪਣੇ ਕਿਰਦਾਰ ਨੂੰ ਬਚਾਓ, ਆਪਣੀ ਕਰਨੀ ਨੂੰ ਬਚਾਓ ਕਿ ਮੇਰੇ ਤੋਂ ਕਦੀ ਕੋਈ ਬੁਰਾ ਕਰਮ ਨਾ ਹੋਵੇ, ਮੇਰੇ ਤੋਂ ਕੁਝ ਬੁਰਾਈ ਨਾ ਹੋਵੇ, ਮੇਰੇ ਤੋਂ ਕੁਝ ਐਸਾ ਨਾ ਹੋਵੇ ਜਿੰਨਾ ਮੇਰਾ ਰੱਬ ਤੇ ਤੋਂ ਨਾਰਾਜ਼ ਹੋ ਜਾਵੇ, ਮੇਰੇ ਤੋਂ ਕੁਝ ਐਸਾ ਨਾ ਹੋਵੇ ਕਿ ਕਿਸੇ ਦਾ ਦਿਲ ਮੇਰੀ ਵਜ੍ਹਾ ਨਾਲ ਦੁਖੇ। ਕਿਉਂਕਿ ਦਿਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਹੜੇ ਰੱਬ ਦੇ ਪਿਆਰੇ ਆ ਨਾ, ਉਹ ਕਿਹਨੂੰ ਬਚਾਉਂਦੇ ਆ? ਇਨਸਾਨ ਦੇ
ਦਿਲ ਨੂੰ ਟੁੱਟਣ ਤੋਂ ਬਚਾਉਂਦੇ ਹੈ। ਜਿੱਦਾਂ ਅਸੀਂ ਅਜਮੇਰ ਵਾਲੇ ਖਵਾਜਾ ਮੁਈਨੁੱਦੀਨ ਚਿਸ਼ਤੀ ਦਾ ਇੱਕ ਵਾਕਿਆ ਦੱਸੀਦਾ ਹੈ, ਅੱਜ ਥੋੜਾ ਬਰੀਕੀ ਨਾਲ ਦੱਸਾਂਗੇ, ਥੋੜਾ ਸਮਝਣਾ ਉਸ ਨੂੰ। ਨਾਮ ਸੁਣਿਆ ਨਾ, ਅਜਮੇਰ ਸ਼ਰੀਫ ਵਿੱਚ ਦਰਬਾਰ ਹੈ, ਅਜਮੇਰ ਸ਼ਰੀਫ ਵਿੱਚ ਖਵਾਜਾ ਸਾਹਿਬ ਦਾ ਦਰਬਾਰ ਹੈ, ਖਵਾਜਾ ਮੁਈਨੁੱਦੀਨ ਚਿਸ਼ਤੀ ਦਾ ਦਰਬਾਰ ਹੈ। ਕਿਹਨਾਂ ਕਿਹਨਾਂ ਨਾਮ ਸੁਣਿਆ, ਜਰਾ ਹੱਥ ਖੜਾ ਕਰਕੇ ਦੱਸਿਓ। ਅਜਮੇਰ ਸ਼ਰੀਫ ਕਦੀ ਕਿਸੇ ਨੂੰ ਜਾਣ ਦਾ ਮੌਕਾ ਮਿਲਿਆ? ਕਿਉਂਕਿ ਪੀਰਾਂ ਫਕੀਰਾਂ ਦੇ ਦਰਬਾਰ ਤੇ, ਗੁਰੂਆਂ ਰਹਿਬਰਾਂ ਦੇ ਘਰ, ਗੁਰੂ ਘਰ ਦੇ ਵਿੱਚ ਜਾਣਾ, ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਕਿਉਂਕਿ ਜਿੱਥੇ ਵੀ ਰੱਬ ਦੇ ਪਿਆਰੇ ਗੁਰੂ ਰਹਿਬਰ ਸੰਤ ਮਹਾਂਪੁਰਸ਼ ਬਹਿ ਕੇ ਉਹ ਰੱਬ ਦੀ ਬੰਦਗੀ ਕਰ ਗਏ, ਉੱਥੇ ਦਰਸ਼ਨ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ, ਚੰਗੀ ਗੱਲ ਨਹੀਂ ਹੁੰਦੀ। ਕਿਉਂਕਿ ਜਾਂਦਾ ਹੈ ਬੰਦਾ ਤਾਂ ਕੁਝ ਲੈ ਕੇ ਹੀ ਆਉਂਦਾ ਹੈ, ਕੁਝ ਹਾਸਲ ਕਰਕੇ ਹੀ ਆਉਂਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਇਹ ਉਹ ਸਮੇਂ ਦੀ ਗੱਲ ਹੈ, ਖਵਾਜਾ ਸਾਹਿਬ ਦੀ ਉਹ ਸਮੇਂ ਦੀ ਗੱਲ ਹੈ ਜਦੋਂ ਵਜੂਦੀ ਤੌਰ ਤੇ ਉਹ ਅਜਮੇਰ ਵਿੱਚ ਮੌਜੂਦ ਸੀ, ਵਜੂਦੀ ਤੌਰ ਤੇ ਮੌਜੂਦ ਸੀ। ਤਾਂ ਹੁਣ ਦੱਸਣ ਲੱਗੇ ਕਿ ਰੱਬ ਦੇ ਪਿਆਰੇ ਕਿੱਦਾਂ ਦਿਲਾਂ ਨੂੰ ਟੁੱਟਣ ਤੋਂ ਬਚਾਉਂਦੇ ਹੈ। ਜਰਾ ਸਮਝਣਾ ਇਸ ਚੀਜ਼ ਨੂੰ। ਜਦੋਂ ਵਜੂਦੀ ਤੌਰ ਤੇ ਉਹ ਅਜਮੇਰ ਵਿੱਚ ਮੌਜੂਦ ਸੀ ਤੇ ਇੱਕ ਦਿਨ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਸੀ, ਔਰ ਤੁਹਾਨੂੰ ਪਤਾ ਰਮਜ਼ਾਨ ਦੇ ਮਹੀਨੇ ਰੋਜ਼ੇ ਵੀ ਰੱਖੇ ਜਾਂਦੇ ਆ, ਰੋਜ਼ੇ ਰੱਖੇ ਜਾਂਦੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਨਾ ਪਾਣੀ ਪੀਂਦਾ, ਨਾ ਰੋਟੀ ਖਾਂਦਾ, ਕੁਝ ਨਹੀਂ ਖਾਂਦਾ। ਹੁਣ ਇੱਕ ਫਕੀਰ ਦੀ ਗੱਲ ਦੱਸਣ ਲੱਗੇ ਕਿ ਸੰਤਾਂ ਦੀ ਗੱਲ ਦੱਸਣ ਲੱਗੇ ਆ ਕਿ ਸੰਤ ਕਿਹੜੀ ਚੀਜ਼ ਦੀ ਫਿਕਰ ਕਰਦੇ ਆ। ਨਹੀਂ ਤਾਂ ਬੰਦਾ ਦੇਖੋ ਆਪਣੇ ਆਪ ਨੂੰ, ਬੰਦਾ ਕਹਿੰਦਾ ਲੈ ਆ ਮੇਰੇ ਨਿਯਮ ਹੈ, ਆ ਮੇਰਾ ਇਦਾਂ ਹੈ, ਆ ਮੇਰਾ ਉਦਾਂ ਹੈ। ਸਮਝਦੇ ਹੋ ਕਿ ਨਹੀਂ? ਛੋਟੀ ਛੋਟੀਆਂ ਚੀਜ਼ਾਂ ਪਿੱਛੇ ਦੂਜੇ ਦਾ ਦਿਲ ਬੰਦਾ ਤੋੜ ਕੇ ਰੱਖ ਦਿੰਦਾ ਹੈ। ਸਮਝਦੇ ਹੋ ਕਿ ਨਹੀਂ? ਪਰ ਜਿਹੜੇ ਕਾਮਿਲ ਫਕੀਰ ਹੁੰਦੇ ਆ, ਰੱਬ ਦੇ ਪਿਆਰੇ ਸੰਤ ਫਕੀਰ ਹੁੰਦੇ ਆ, ਉਹ ਕਿਦਾਂ ਕਰਦੇ ਆ? ਕਹਿੰਦੇ ਇੱਕ ਦਿਨ ਉਹ ਬੈਠੇ ਹੋਏ ਆ, ਰਮਜ਼ਾਨ ਦਾ ਮਹੀਨਾ ਹੈ, ਰੋਜ਼ਾ ਰੱਖਿਆ ਹੋਇਆ ਉਹਨਾਂ ਨੇ, ਔਰ ਉਹਨਾਂ ਦੇ ਸੇਵਕ ਵੀ ਬੈਠੇ ਹੈ ਕਿ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ। ਕੀ ਹੋ ਰਿਹਾ ਹੈ? ਬਰਸਾਤ ਹੋ ਰਹੀ है। और उस बरसात में सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।